ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਹਾਂਜੀ ਦੇਖੋ ਅੱਜ ਅਸੀਂ ਸੀਬੀਐਲ ਚ ਮਿਲੇ ਦੁਬਾਰਾ। ਫਿਰ ਕੀ ਹੈ ਸਿਲੇਬਸ ਸਾਡਾ? ਕਿਸੇ ਵੀ ਕੰਪੀਟੀਸ਼ਨ ਦੇ ਲਈ ਜਦੋਂ ਤੁਸੀਂ ਜਾਣਾ ਹੈ, ਮਿਲਦੇ ਜੁਲਦੇ ਸ਼ਬਦ, ਵੱਖਰੇ ਅਰਥ, ਮੁਹਾਵਰੇ, ਅਖਾਣ, ਅਣਡਿੱਠਾ ਪੈਰਾ, ਕੁਝ ਇੰਗਲਿਸ਼ ਦੇ ਵਰਡਸ ਵੀ ਆ ਜਾਂਦੇ ਆ ਵੀ ਇਹਨੂੰ ਪੰਜਾਬੀ ਚ ਕੀ ਆਖਦੇ ਹਨ। ਤਾਂ ਅਸੀਂ ਅੱਜ ਦੇਖਦੇ ਹਾਂ ਆਪਣਾ ਕੀ ਹੈ ਇਹ ਵਿਸ਼ਾ, ਮਿਲਦੇ ਜੁਲਦੇ ਸ਼ਬਦ ਪਰ ਵੱਖਰੇ ਅਰਥ। ਹੈ ਤਾਂ ਇਹ ਮਿਲਦੇ ਜੁਲਦੇ ਹਨ ਪਰ ਕਹਿੰਦਾ ਥੋੜਾ ਜਿਹਾ ਹਲਕਾ ਜਿਹਾ ਫਰਕ ਹੁੰਦਾ ਹੈ। ਹਾਨੀ ਕੀ ਹੈ? ਨੁਕਸਾਨ। ਉਸ ਦਾ ਕੰਮ ਦੇ ਵਿੱਚ ਬਹੁਤ ਸਾਰੀ ਉਸਨੂੰ ਕੰਮ ਦੇ ਵਿੱਚ ਹਾਨੀ ਹੋ ਗਈ। ਤਾਂ ਹਾਨੀ ਕੀ ਹੈ? ਸਿਰਫ ਬੋਲਣ 'ਚ ਫਰਕ ਹੈ। ਹਾਨੀ ਕੀ ਹੈ? ਸਾਥੀ। ਉਹ ਤਾਂ ਮੇਰਾ ਬਚਪਨ ਦਾ ਹਾਨੀ ਹੈ। ਠੀਕ ਹੈ। ਸ਼ੌਕ, ਸ਼ੌਕ ਨਹੀਂ ਹੈ, ਸ਼ੌਕ, ਅਫਸੋਸ, ਸ਼ੌਂਕ, ਦਿਲਚਸਪੀ, ਇੱਕ ਸ਼ੌਕ ਲੱਗਣਾ, ਅਫਸੋਸ। ਕਹਿੰਦੇ ਉਸ ਦੀ ਅਚਾਨਕ ਹੀ ਮੌਤ ਹੋ ਗਈ, ਮੈਨੂੰ ਤਾਂ ਬਹੁਤ ਸ਼ੌਕ ਲੱਗਾ। ਦੂਸਰਾ ਕੀ ਹੈ? ਸ਼ੌਂਕ, ਕਨੋੜਾ ਪਾ ਦੋ। ਤਾਂ ਕੀ ਹੈ ਉਹ? ਦਿਲਚਸਪੀ। ਮੈਨੂੰ ਤਾਂ ਬਹੁਤ ਸ਼ੌਕ ਹੈ ਮੇਲਿਆਂ 'ਚ ਘੁੰਮਣ ਦਾ। ਤਾਂ ਕੀ ਹੈ? ਗਰਵ, ਹੰਕਾਰ ਔਰ ਗਰਭ, ਕੁੱਖ। ਬੱਚਾ ਜਿਹੜਾ ਹੈ ਉਹ ਮਾਂ ਦੀ ਗਰਭ ਦੇ ਵਿੱਚ ਪਲਦਾ ਹੈ। ਸ਼ੁਕਰ, ਅਹਿਸਾਨਮੰਦ। परमात्मा ਦਾ ਹਮੇਸ਼ਾ ਸ਼ੁਕਰ ਕਰਨਾ ਚਾਹੀਦਾ ਹੈ। ਸ਼ੁਕਰ ਹੈ ਪਰਮਾਤਮਾ ਤੂੰ ਮੈਨੂੰ ਉਸ ਨਾਲ ਮਿਲਾਇਆ। ਸ਼ੁਕਰ ਹੈ ਪਰਮਾਤਮਾ ਸਾਨੂੰ ਸੀਬੀਐਲ ਦੇ ਕਿਸੇ ਲਰਨਿੰਗ ਪ੍ਰੋਸੈਸ ਦੇ ਵਿੱਚ ਲੈ ਆਂਦਾ ਕਿ ਸਾਨੂੰ ਕੁਝ ਸਿੱਖਣ ਨੂੰ ਮਿਲ ਰਿਹਾ ਹੈ। ਤਾਂ ਸ਼ੁਕਰ ਹੀ ਕਰਨਾ ਹੈ ਪਰਮਾਤਮਾ ਦਾ। ਸ਼ੁਕਰ ਕੀ ਹੈ? ਹਫਤੇ ਦਾ ਦਿਨ, ਸ਼ੁੱਕਰਵਾਰ। ਗਰਜ, ਉੱਚੀ ਆਵਾਜ਼, ਬੱਦਲ ਗਰਜ ਰਿਹਾ ਹੈ। ਗਰਜ ਕੀ ਹੈ? ਜੇ ਉਸਨੂੰ ਗਰਜ ਹੋਏਗੀ ਤਾਂ ਉਹ ਮੇਰੇ ਕੋਲ ਆਪਣੇ ਆਪ ਆ ਜਾਏਗਾ। ਲੋੜ, ਸਦਾ, ਹਮੇਸ਼ਾ। ਔਰ ਸੱਦਾ ਕੀ ਹੈ? ਇਨਵੀਟੇਸ਼ਨ। ਉਸਨੇ ਮੈਨੂੰ ਆਪਣੀ ਭੈਣ ਦੇ ਵਿਆਹ ਦਾ ਸੱਦਾ ਪੱਤਰ ਦਿੱਤਾ। ਅੱਜ ਇਨਵੀਟੇਸ਼ਨ ਅਸੀਂ ਕਾਰਡ ਕਹਿ ਦਿੰਦੇ ਹਾਂ, ਸੱਦਾ। ਹੋਲਾ ਕੀ ਹੈ? ਸਿੱਖ ਧਰਮ ਦਾ ਇੱਕ ਤਿਉਹਾਰ, ਹੋਲਾ ਮੁਹੱਲਾ। ਆਨੰਦਪੁਰ ਸਾਹਿਬ ਵਿੱਚ ਮਸ਼ਹੂਰ ਹੈ ਹੋਲਾ ਮੁਹੱਲਾ। ਹੌਲਾ ਕੀ ਹੈ? ਭੁੰਨੇ ਹੋਏ ਅੱਧ ਕੱਚੇ ਛੋਲੇ। ਹੁਣ ਹਰੇ ਛੋਲੇ ਜਿਹੜੇ ਹੁੰਦੇ ਉਹਨੂੰ ਛੋਲੀਆਂ ਵੀ ਆਖਦੇ ਹਨ, ਹੈ ਨਾ। ਜਦੋਂ ਹਰੇ ਛੋਲੇ ਖੇਤ ਵਿੱਚ ਲੱਗੇ ਹੁੰਦੇ ਹਨ ਉਹ ਹਰੇ ਵਿੱਚ ਹੀ ਪੀਲੇ ਹੋਣੇ ਸ਼ੁਰੂ ਹੋ ਜਾਂਦੇ ਹਨ। ਫਿਰ ਉਹ ਤੋੜ ਲੈਂਦੇ ਔਰ ਉਹਨੂੰ ਚੁੱਲ੍ਹੇ ਦੇ ਉੱਪਰ ਜਾਂ ਕਿਸੇ ਅੱਗ ਦੇ ਉੱਪਰ ਉਹਨੂੰ ਭੁੰਨ ਲੈਂਦੇ ਹਨ, ਤਵੇ ਦੇ ਉੱਪਰ ਆ ਕੇ। ਤਾਂ ਉਹ ਕੀ ਬਣ ਜਾਂਦੇ ਹਨ? ਉਹ ਹੋਲਾ ਬਣ ਜਾਂਦੀਆਂ ਹਨ, ਖਾਣ ਵਾਲੀਆਂ। ਦਗੇਬਾਜ਼ੀ, ਧੋਖਾ, ਫਰੇਬ। ਦੰਗੇਬਾਜ਼ੀ, ਦੰਗਾ ਕਰਵਾਉਣਾ, ਲੜਾਈ ਝਗੜੇ, ਦੰਗੇ ਫਸਾਦ। ਮੇਲਣਾ, ਵਿਆਹ ਵਿੱਚ ਆਈਆਂ ਔਰਤਾਂ। ਕੀ ਹੈ? ਵਿਆਹ 'ਚ ਜਦੋਂ ਕੁੜੀਆਂ ਔਰਤਾਂ ਸੱਜ ਧੱਜ ਕੇ ਆਉਂਦੀਆਂ ਹਨ, ਕਹਿੰਦੇ ਉਹਦੇ ਘਰ ਤਾਂ ਮੇਲ ਆਇਆ ਹੈ। ਮੇਲ ਦੇ ਵਿੱਚ ਜਿਹੜੀਆਂ ਔਰਤਾਂ ਹਨ ਉਹ ਮੇਲਣਾ ਹਨ। ਮੇਲਣਾ, ਝੂਲਦੇ ਹੋਏ ਤੁਰਨਾ। ਤੁਸੀਂ ਦੇਖੋਗੇ ਕਈ ਆਦਮੀਆਂ ਨੂੰ ਆਦਤ ਹੁੰਦੀ ਹੈ ਝੂਲ ਝੂਲ ਕੇ ਤੁਰਨ ਦੀ। ਤਾਂ ਕੀ ਹੈ ਉਹ? ਮੇਲਣਾ। ਆਦਰ ਕੀ ਹੈ? ਸਤਿਕਾਰ। ਹਰ ਇੱਕ ਦਾ ਆਦਰ ਸਤਿਕਾਰ ਕਰਨਾ ਚਾਹੀਦਾ ਹੈ। ਅੰਦਰ ਕੀ ਹੈ? ਪੇਟ ਦੀ ਅੰਤੜੀ, ਇੰਟੈਸਟਾਈਨ। ਸਾਡੇ ਅੰਦਰ ਬਰੀਕ ਬਰੀਕ ਨਸਾਂ ਹਨ ਤਾਂ ਉਹ ਵੀ ਕੀ ਹੈ? ਅੰਦਰ। ਅਖਾਣ ਦੇਖੋ, ਲੋੜ ਵੇਲੇ ਤਾਂ ਗਧੇ ਨੂੰ ਵੀ ਰਿਸ਼ਤੇਦਾਰ ਬਣਾਉਣਾ ਪੈਂਦਾ ਹੈ, ਦੋਸਤ ਬਣਾਉਣਾ ਪੈਂਦਾ ਹੈ, ਪਿਓ ਬਣਾਉਣਾ ਪੈਂਦਾ ਹੈ ਜਾਂ ਭਰਾ ਬਣਾਉਣਾ ਪੈਂਦਾ ਹੈ। ਕਈ ਲੋਕ ਬੜੇ ਚਲਾਕ ਹੁੰਦੇ ਆ, ਜਦੋਂ ਜ਼ਰੂਰਤ ਹੁੰਦੀ ਹੈ ਨਾ, ਨਲਾਇਕ ਤੋਂ ਨਲਾਇਕ ਨੂੰ ਵੀ ਆਪਣੇ ਵੱਲ ਕਰ ਲੈਂਦੇ ਆ। ਅੱਛੇ ਨੂੰ ਅੱਛੇ ਨੂੰ, ਅਮੀਰ ਨੂੰ ਅਮੀਰ ਨੂੰ, ਗਰੀਬ ਹੈ ਤਾਂ ਗਰੀਬ ਨੂੰ, ਮਤਲਬ ਜਿਸ ਤੋਂ ਉਹਨਾਂ ਨੂੰ ਲਾਭ ਹੋਏ ਉਸ ਨੂੰ ਆਪਣੇ ਵੱਲ ਕਰ ਲੈਂਦੇ ਹਨ। ਤਾਂ ਲੋੜ ਵੇਲੇ ਤਾਂ ਕਹਿੰਦੇ ਗਧੇ ਨੂੰ ਵੀ ਪਿਓ ਬਣਾਉਣਾ ਪੈਂਦਾ ਹੈ। ਜਿੱਦੀ ਤੇ ਮਨਮਰਜ਼ੀ ਕਰਨ ਵਾਲਾ ਦੁਖੀ ਹੁੰਦਾ ਹੈ, ਇਸ ਲਈ ਸਹੀ ਅਖਾਣ ਚੁਣੋ। ਕਹਿੰਦਾ ਕਈ ਵਾਰੀ ਜਿੱਦ ਬਹੁਤ ਜ਼ਿਆਦਾ ਹੁੰਦੀ ਹੈ, ਜਿੱਦ ਸਾਨੂੰ ਨੁਕਸਾਨ ਵੀ ਕਰ ਦਿੰਦੀ ਹੈ। ਪਰ ਅਸੀਂ ਕੀ ਕਹਿੰਦੇ ਹਾਂ ਜਿੱਦੀ ਤੇ ਮਨਮਰਜ਼ੀ ਵਾਲੇ ਨੂੰ ਕਿ ਨਹੀਂ ਤੂੰ ਰੁਕ ਜਾ, ਕਿਸੇ ਹੋਰ ਦੀ ਸਲਾਹ ਵੀ ਲੈ ਲੈ। ਤਾਂ ਬਾਅਦ ਵਿੱਚ ਨੁਕਸਾਨ ਹੋਣ ਤੇ ਪਛਤਾਣ ਦੇ ਨਾਲੋਂ ਪਹਿਲੇ ਸਾਨੂੰ ਸਲਾਹ ਲੈ ਲੈਣੀ ਚਾਹੀਦੀ ਹੈ। ਤਾਂ ਕਹਿੰਦਾ ਜਿੱਦ ਤੇ ਮਨਮਰਜ਼ੀ ਕਰਨ ਵਾਲਾ ਦੁਖੀ ਹੁੰਦਾ ਹੈ, ਮੁਰਦਾ ਬੋਲੇਗਾ ਕਫਨ ਫਾੜੇਗਾ। ਕਹਿੰਦਾ ਮਾੜਾ ਬੰਦਾ ਤਾਂ ਹਮੇਸ਼ਾ ਮਾੜਾ ਹੀ ਬੋਲਦਾ।
ਰੱਬ ਨੇੜੇ ਕੀ ਘਸੁੰਨ, ਰੱਬ ਤਾਂ ਅੱਜ ਕੱਲ੍ਹ ਬਿਲਕੁਲ ਭੁੱਲਿਆ ਹੋਇਆ ਹੈ। ਅੱਜ ਕੱਲ੍ਹ ਤਾਂ ਤਾਕਤਵਰ ਦਾ ਹੈ, ਦਮ ਹੈ ਉਹਦੇ 'ਚ। ਮੱਛੀ ਪੱਥਰ ਚੱਟ ਕੇ ਮੁੜਦੀ ਹੈ, ਕਹਿੰਦਾ ਹੁਣ ਵਾਪਸ ਆਇਆ। ਜਦੋਂ ਨੁਕਸਾਨ ਹੋ ਗਿਆ ਤਾਂ ਕਹਿੰਦਾ ਹੁਣ ਵਾਪਸ ਆ ਗਿਆ। ਮੱਛੀ ਪੱਥਰ ਚੱਟ ਕੇ ਮੁੜਦੀ ਹੈ। ਜਿੱਦੀ ਤੇ ਮਨ ਮਰਜ਼ੀ ਕਰਨ ਵਾਲਾ ਜਦੋਂ ਦੁਖੀ ਹੁੰਦਾ ਤਾਂ ਉਹਦੇ ਲਈ ਇਹ ਅਖਾਣ ਦੀ ਵਰਤੋਂ ਹੁੰਦੀ ਹੈ। ਯਥਾ ਰਾਜਾ ਤਥਾ ਪ੍ਰਜਾ, ਜਿਹੋ ਜਿਹਾ ਰਾਜਾ ਪ੍ਰਜਾ ਵੀ ਉਸ ਤਰ੍ਹਾਂ ਦੀ ਹੈ। ਜਦ ਰਾਤ ਦਿਨ ਮਿਹਨਤ ਕਰਕੇ ਪ੍ਰਾਪਤ ਕੀਤੀ ਚੀਜ਼ ਕਿਸੇ ਨੂੰ ਪਸੰਦ ਨਾ ਆਏ ਤਾਂ ਕਿਸ ਖਾਣ ਦੀ ਵਰਤੋਂ ਹੁੰਦੀ ਹੈ। ਕਹਿੰਦਾ ਬੰਦੇ ਦਾ ਬੰਦਾ ਦਾਰੂ, ਬੱਕਰੀ ਜਾਨੋ ਗਈ ਪਰ ਖਾਣ ਵਾਲੇ ਨੂੰ ਸਵਾਦ ਨਾ ਆਇਆ। ਪੁੱਟਿਆ ਪਹਾੜ ਤੇ ਨਿਕਲਿਆ ਚੂਹਾ, ਬੁੱਢੀ ਘੋੜੀ ਲਾਲ ਲਗਾਮ, ਬੁਢਾਪੇ 'ਚ ਸ਼ਿੰਗਾਰ। ਤਾਂ ਪੁੱਟਿਆ ਪਹਾੜ ਨਿਕਲਿਆ ਚੂਹਾ, ਸੋਚਿਆ ਤਾਂ ਬਹੁਤ ਕੁਝ ਸੀ ਪਰ ਨਿਕਲਿਆ ਤਾਂ ਕੁਝ ਵੀ ਨਹੀਂ। ਬੱਕਰੀ ਜਾਨੋ ਗਈ ਪਰ ਖਾਣ ਵਾਲੇ ਨੂੰ ਸਵਾਦ ਨਹੀਂ ਆਇਆ। ਕਹਿੰਦਾ ਜਦ ਰਾਤ ਦਿਨ ਮਿਹਨਤ ਪ੍ਰਾਪਤ ਕਰਕੇ ਕਿਸੇ ਚੀਜ਼ ਨੂੰ ਪਸੰਦ ਕੀਤਾ, ਕਹਿੰਦਾ ਦੂਸਰੇ ਬੰਦੇ ਨੂੰ ਪਸੰਦ ਹੀ ਨਹੀਂ ਆਈ ਤਾਂ ਕੀ ਹੋ ਗਿਆ। ਕਹਿੰਦਾ ਬੱਕਰੀ ਜਾਨੋ ਗਈ ਔਰ ਖਾਣ ਵਾਲੇ ਨੂੰ ਸਵਾਦ ਨਾ ਆਇਆ। ਤੁਹਾਡੀ ਤਾਂ ਉਹ ਗੱਲ ਹੋਈ। ਸਾਰਾ ਦਿਨ ਮੈਂ ਸੂਟ ਖਰੀਦਦੀ ਰਹੀ, ਮੈਂ ਤੁਹਾਡੇ ਲਈ ਇੱਕ ਸੂਟ ਖਰੀਦਿਆ ਹੈ ਬੜਾ ਮਹਿੰਗਾ, ਔਰ ਸਾਰਾ ਦਿਨ ਬਾਜ਼ਾਰ ਵਿੱਚ ਧੱਕੇ ਕਰਦੇ, ਪਰ ਮੈਨੂੰ ਦੂਸਰੇ ਬੰਦੇ ਨੂੰ ਤਾਂ ਪਸੰਦ ਹੀ ਨਹੀਂ ਆਇਆ ਉਹ। ਤਾਂ ਕਹਿੰਦਾ ਫਿਰ ਕੀ ਹੋਇਆ। ਕਹਿੰਦਾ ਇਹ ਤਾਂ ਉਹ ਗੱਲ ਹੋਈ ਨਾ, ਬੱਕਰੀ ਜਾਨੋ ਗਈ ਪਰ ਖਾਣ ਵਾਲੇ ਨੂੰ ਸਵਾਦ ਨਾ ਆਇਆ, ਕਿ ਮੈਂ ਤਾਂ ਆਪਣਾ ਸਾਰਾ ਸਮਾਂ ਵਿਅਰਥ ਕਰ ਦਿੱਤਾ ਪਰ ਤੁਸੀਂ ਤਾਂ ਚੀਜ਼ ਦੇ ਵਿੱਚ ਨੁਕਸ ਕੱਢ ਦਿੱਤਾ। ਪੜਿਆ ਹੈ ਗੁੜਿਆ ਨਹੀਂ, ਅਖਾਣ ਦਾ ਸਹੀ ਅਰਥ ਕੀ ਹੈ। ਪੜਿਆ ਹੈ ਪਰ ਤਜਰਬੇਕਾਰ ਨਹੀਂ ਹੈ, ਐਕਸਪੀਰੀਅੰਸਡ ਨਹੀਂ ਹੈ। ਪੜਿਆ ਹੈ ਗੁੜਿਆ ਨਹੀਂ ਹੈ ਤਾਂ ਕੀ ਹੈ, ਉਹ ਤਜਰਬੇਕਾਰ ਨਹੀਂ ਹੈ। ਪੜਿਆ ਹੈ ਪਰ ਨਲਾਇਕ ਹੈ, ਪੜਿਆ ਹੈ ਹੁਸ਼ਿਆਰ ਹੈ, ਪੜਿਆ ਹੈ ਪਰ ਅਨਾੜੀ ਹੈ। ਤਾਂ ਕੀ ਹੈ ਐਗਜ਼ੈਕਟ ਜਿਹੜਾ ਵਰਡ ਕੀ ਹੈ, ਸ਼ਬਦ ਤਜਰਬੇਕਾਰ ਨਹੀਂ ਹੈ। ਨਾਲੇ ਚੋਪੜੀਆਂ, ਨਾਲੇ ਕੀ ਹੈ ਚਾਰ ਚਾਰ, ਨਾਲੇ ਦੋ ਦੋ, ਨਾਲੇ ਇੱਕ ਇੱਕ, ਨਾਲੇ ਪੰਜ ਪੰਜ। ਤਾਂ ਕੀ ਹੈ, ਜਦੋਂ ਲਾਲਚੀ ਬੰਦਾ ਹੁੰਦਾ ਹੈ, ਨਾਲੇ ਚੋਪੜੀਆਂ ਨਾਲੇ ਦੋ ਦੋ। ਆਲੇ ਕੌਡੀ ਛਿੱਕੇ ਕੌਡੀ ਕਰਨਾ, ਬਹੁ ਵਿਕਲਪੀ ਅਰਥ ਚੁਣੋ। ਟਾਲ ਮਟੋਲ ਕਰਨਾ, ਚੀਜ਼ ਲੁਕੋ ਦੇਣੀ, ਚੀਜ਼ ਦੇਣ ਨੂੰ ਦਿਲ ਨਾ ਕਰਨਾ, ਚੀਜ਼ ਛਿੱਕੇ ਟੰਗ ਦੇਣੀ। ਤਾਂ ਕਹਿੰਦਾ ਕੀ ਹੈ, ਆਲਾ ਕੀ ਹੈ, ਇੱਕ ਬਲੌਕ ਜਿਹਨੂੰ ਅਸੀਂ ਕਪਬੋਰਡ ਕਹਿ ਦਿੰਦੇ ਹਾਂ, ਉਹਦੇ ਵਿੱਚ ਚੀਜ਼ ਰੱਖਤੀ, ਛਿੱਕੇ ਟੰਗ ਦਿੱਤੀ। ਤਾਂ ਕੀ ਹੈ, ਦੇਣੀ ਨਹੀਂ ਪਰ ਕੀ ਕਰਨਾ, ਤੁਸੀਂ ਟਾਲ ਮਟੋਲ ਕਰ ਰਹੇ ਹੋ, ਆਲੇ ਕੌਡੀ ਛਿੱਕੇ ਕੌਡੀ ਕਰ ਰਹੇ ਹੋ। ਹੱਥ ਕਰਨਾ ਦਾ ਸਹੀ ਬਹੁ ਵਿਕਲਪੀ ਕੀ ਹੈ, ਇਸ਼ਾਰਾ ਕਰਨਾ, ਹੇਰਾ ਫੇਰੀ ਕਰਨਾ, ਧੋਖਾ ਦੇਣਾ, ਗੱਲਾਂ ਬਾਤਾਂ ਕਰਨਾ। ਤਾਂ ਕੀ ਹੈ, ਹੱਥ ਕਰਨਾ, ਦਿਨੇ ਦਿਹਾੜੇ ਕਹਿੰਦਾ ਉਹ ਹੱਥ ਕਰ ਗਿਆ, ਕੀ ਕਰ ਗਿਆ, ਹੇਰਾ ਫੇਰੀ ਕਰ ਗਿਆ। ਕੁੱਤੇ ਦੇ ਡੈਸ਼ ਪਾਣੀ ਪਿਲਾਉਣਾ, ਬਰਤਨ 'ਚ, ਠੀਕਰੇ 'ਚ, ਡੱਬੇ 'ਚ ਕਿ ਕੌਲੀ 'ਚ। ਕਹਿੰਦਾ ਕੁੱਤੇ ਦੇ ਠੀਕਰੇ ਪਾਣੀ ਪਿਲਾਉਣਾ, ਠੀਕਰੇ ਕੀ ਹੁੰਦੇ, ਘੜੇ ਦੇ ਪੀਸੇ, ਉਹਦੇ ਵਿੱਚ ਪਾਣੀ ਪਾ ਕੇ ਬੇਕਦਰੀ ਨਿਰਾਦਰੀ ਕਰਨੀ ਕਿਸੇ ਦੀ। ਖੁੰਬਾਂ ਵਾਂਗੂ ਉੱਠ ਪੈਣਾ, ਸਹੀ ਬਹੁ ਵਿਕਲਪੀ ਅਰਥ ਕੀ ਹੈ, ਤੇਜ਼ੀ ਕਰਨੀ, ਝਟਪਟ ਉੱਠ ਖੜੇ ਹੋਣਾ, ਆਲਸ ਕਰਕੇ ਉੱਠਣਾ ਜਾਂ ਚੁਸਤੀ ਨਾਲ ਕੰਮ ਕਰਨਾ। ਤਾਂ ਖੁੰਬਾਂ ਕੀ ਹੈ, ਇੱਕਦਮ ਖੁੰਬਾਂ ਨਿਕਲ ਆਉਂਦੀਆਂ ਹਨ। ਤਾਂ ਕੀ ਹੈ, ਝਟਪਟ ਖੜੇ ਹੋ ਜਾਣਾ। ਚੱਕੀ ਝੋ ਬਹਿਣਾ, ਸਹੀ ਬਹੁ ਵਿਕਲਪੀ ਉੱਤਰ ਕੀ ਹੈ, ਕਹਾਣੀ ਛੇੜ ਬਹਿਣਾ, ਆਟਾ ਪੀਸਣਾ, ਚੱਕੀ ਨੂੰ ਸਾਫ਼ ਕਰਨਾ, ਗੱਲ ਨੂੰ ਛੇਤੀ ਖਤਮ ਕਰਨਾ। ਵੇਲੇ ਕੀ ਹੈ, ਵੇਲੀਆਂ ਔਰਤਾਂ ਦਾ ਕੰਮ ਕੀ ਹੈ, ਚੱਕੀ ਝੋ ਬਹਿਣਾ, ਕਹਾਣੀ ਛੇੜ ਲੋ, ਸ਼ਾਮ ਤੱਕ ਖਤਮ ਹੋ ਜਾਏਗੀ। ਚੱਕੀ ਝੋ ਬਹਿਣਾ। ਅਣਡਿੱਠਾ ਪਹਿਰਾ ਤਾਂ ਕੀ ਹੈ, ਜਦੋਂ ਤੋਂ ਕਹਿੰਦਾ ਇਨਸਾਨ ਨੇ ਹੋਸ਼ ਸੰਭਾਲੀ ਹੈ, ਉਦੋਂ ਤੋਂ ਇਨਸਾਨ ਨੇ ਕੁਦਰਤ ਅੰਦਰ ਛਿਪੇ ਹੋਏ ਅਨੇਕਾਂ ਭੇਦਾਂ ਦੀ ਖੋਜ ਤੇ ਸੰਸਾਰ ਸਾਹਮਣੇ ਰੱਖ ਦਿੱਤਾ ਹੈ। ਕੀਤਾ ਕੀ ਹੈ, ਸਾਇੰਸ ਨੇ ਬੜੀਆਂ ਸਾਰੀਆਂ ਖੋਜ ਕਰ ਦਿੱਤੀਆਂ, ਸਾਡੇ ਫਾਇਦੇ ਲਈ, ਸਾਡੇ ਨੁਕਸਾਨ ਲਈ। ਕੁਝ ਨੁਕਸਾਨ ਵੀ ਹੋਏ, ਕੁਝ ਫਾਇਦਾ ਵੀ। ਹਰ ਇੱਕ ਚੀਜ਼ ਦੇ ਦੋ ਪਹਿਲੂ ਹਨ, ਲਾਭ ਤੇ ਹਾਨੀਆਂ।
ਇੱਥੇ ਵੀ ਦੇਖਦੇ ਹਾਂ ਅਸੀਂ ਅਨੇਕਾਂ ਖੋਜਾਂ ਕਰਕੇ ਧਰਤੀ ਤੋਂ ਉੱਪਰ ਉੱਠ ਕੇ ਮੰਗਲ, ਚੰਦਰਮਾ, ਹੋਰ ਗ੍ਰਹਿਾਂ ਤੱਕ ਇਸ ਨੇ ਆਪਣੀ ਪਹੁੰਚ ਬਣਾ ਲਈ। ਇਨਸਾਨ ਨੇ ਦਿਮਾਗੀ ਤਾਕਤ ਨਾਲ ਖੇਤਰ ਵਿੱਚ ਖੋਜਾਂ ਕਰਕੇ ਜੀਵਨ ਪੱਧਰ ਉੱਚਾ ਤੇ ਖੁਸ਼ਹਾਲ ਬਣਾ ਲਿਆ ਹੈ। ਪਰ ਕੀ ਹੈ, ਜਨਮ ਤੇ ਮੌਤ ਦਾ ਕਾਰਨ ਕਿਸ ਤਰ੍ਹਾਂ ਦਾ ਜੀਵ ਦਾ ਆਹਾਰ ਭਾਵ ਪ੍ਰਾਕਿਰਤਿਕ ਦਾ ਐਸਾ ਕੋਈ ਹੀ ਪਹਿਲੂ ਹੋਵੇਗਾ ਜਿੱਥੇ ਸਾਇੰਸਦਾਨ ਨਾ ਪਹੁੰਚੇ ਹੋਣ। ਸੂਰਜ ਦੀ ਬਣਤਰ ਕੀ, ਇਹ ਕਿੰਨੀਆਂ ਗੈਸਾਂ ਦਾ ਗੋਲਾ ਹੈ, ਧਰਤੀ ਤੋਂ ਕਿੰਨੀ ਦੂਰ ਹੈ, ਤਾਰੇ ਕਿੰਨੀ ਕਿਸਮ ਦੇ ਹਨ, ਮੀਂਹ ਕਿਸ ਤਰ੍ਹਾਂ ਪੈਂਦਾ ਹੈ, ਅਜਿਹੀਆਂ ਕਈ ਖੋਜਾਂ ਸਾਹਮਣੇ ਰੱਖ ਦਿੱਤੀਆਂ ਹਨ ਸਾਡੇ। ਔਰ ਹੈ ਕੀ ਹੈ ਇੱਥੇ, ਦੂਰ ਸੰਚਾਰ, ਇੰਟਰਨੈਟ, ਮੋਬਾਈਲ ਫੋਨ, ਹਰ ਤਰ੍ਹਾਂ ਦੀਆਂ ਬਿਮਾਰੀਆਂ ਦੇ ਇਲਾਜ ਆਦਿ ਦੀ ਵੀ ਖੋਜ ਕੀਤੀ ਹੈ। ਉੱਥੇ ਦੂਜੇ ਪਾਸੇ ਸਾਇੰਸ ਨੇ ਜੀਵਨ ਦੇ ਵਿਨਾਸ਼ ਲਈ ਵੀ ਕੋਈ ਕਸਰ ਨਹੀਂ ਛੱਡੀ। ਤਾਂ ਕੀ ਹੈ, ਜਿੱਥੇ ਸਾਡੇ ਇੰਨੇ ਸਾਰੇ ਫਾਇਦੇ ਕਰ ਦਿੱਤੇ, ਉੱਥੇ ਕਹਿੰਦਾ ਨੁਕਸਾਨ ਵੀ ਹੈ। ਨੁਕਸਾਨ ਕਿਸ ਚੀਜ਼ ਦਾ ਹੈ? ਕਹਿੰਦਾ ਕੀ ਕੀਤਾ ਉਹਨਾਂ ਨੇ? ਕਹਿੰਦਾ ਸਾਇੰਸ ਨੇ ਜੀਵਨ ਦੇ ਵਿਨਾਸ਼ ਲਈ ਕੋਈ ਕਸਰ ਨਹੀਂ ਛੱਡੀ। ਜਿਵੇਂ ਖਤਰਨਾਕ ਹਥਿਆਰ ਬਣਾ ਦਿੱਤੇ, ਬੰਬ ਬਣਾ ਦਿੱਤੇ, ਮਿਜ਼ਾਈਲਾਂ ਬਣਾਤੀਆਂ, ਪਰਮਾਣੂ ਬੰਬ ਆਦਿ ਬਣਾ ਕੇ ਪ੍ਰਾਣੀ ਲਈ ਖਤਰਾ ਪੈਦਾ ਕਰ ਦਿੱਤਾ। ਇਹ ਚੀਜ਼ਾਂ ਕੀ ਹੈ, ਦਿਨ ਦਿਹਾੜੇ ਸਾਰਾ ਕੁਝ ਉਡਾ ਦੇਣਗੀਆਂ। ਕੀ ਹੈ ਫਿਰ? ਕਹਿੰਦਾ ਇੰਨਾ ਕੁਝ ਹਾਸਿਲ ਕਰਨ ਦੇ ਬਾਵਜੂਦ ਇਨਸਾਨ ਇਹ ਨਹੀਂ ਲੱਭ ਸਕਿਆ ਕਿ ਇਹ ਜੀਵ ਜੰਤੂ, ਸੂਰਜ, ਚੰਦ, ਤਾਰੇ, ਬ੍ਰਹਿਮੰਡ, ਅਸਮਾਨ, ਧਰਤੀ, ਅੱਗ, ਹਵਾ, ਪਾਣੀ ਨੂੰ ਬਣਾਉਣ ਤੇ ਚਲਾਉਣ ਵਾਲਾ ਕੌਣ ਹੈ। ਕਹਿੰਦਾ ਇਹ ਤਾਂ ਬਣਾ ਦਿੱਤੇ, ਪਰ ਕਹਿੰਦਾ ਇਹ ਤਾਂ ਪਤਾ ਲੱਗੇ ਇਹਨਾਂ ਨੂੰ ਬਣਾਉਣ ਵਾਲੀ ਕਿਹੜੀ ਤਾਕਤ ਹੈ ਪਿੱਛੇ, ਕਿਸ ਨੇ ਬਣਾਏ ਇਹ ਤਾਂ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ। ਪਰ ਅਸੀਂ ਇੱਥੇ ਦੇਖਦੇ ਹਾਂ ਦਿਨ ਤੇ ਰਾਤ ਕੌਣ ਬਣਾਉਂਦਾ ਹੈ, ਜੀਵ ਵਿੱਚੋਂ ਜੀਵ ਕਿਸ ਤਰ੍ਹਾਂ ਪੈਦਾ ਹੋ ਜਾਂਦਾ ਹੈ। ਕਹਿੰਦਾ ਇਹ ਤਾਂ ਸਾਇੰਸ ਨੇ ਨਹੀਂ ਬਣਾਇਆ। ਹੋਰ ਕੀ ਨਹੀਂ ਬਣਾਇਆ? ਇਨਸਾਨ ਜਨਮ ਤੋਂ ਪਹਿਲਾਂ ਕਿੱਥੇ ਸੀ, ਮਰਨ ਉਪਰੰਤ ਜੀਵ ਕਿੱਥੇ ਜਾਂਦਾ ਹੈ, ਕਹਿੰਦਾ ਇਹ ਵੀ ਨਹੀਂ ਪਤਾ। ਜਨਮ ਤੋਂ ਪਹਿਲੇ ਸਾਨੂੰ ਅਸੀਂ ਕਿੱਥੇ ਸੀ, ਕਿੱਥੇ ਜੰਮੇ, ਕਿੱਥੇ ਮਰੇ, ਫਿਰ ਦੁਬਾਰਾ ਪੈਦਾ ਹੋਏ, ਕਿਸ ਨੂੰ ਪਤਾ ਹੈ? ਇਹ ਸਿਰਫ ਪਰਮਾਤਮਾ ਨੂੰ। ਸਾਨੂੰ ਨਹੀਂ ਪਤਾ ਔਰ ਨਾ ਹੀ ਸਾਇੰਸ ਇਸ ਦੀ ਜਾਣਕਾਰੀ ਹਾਲੇ ਤੱਕ ਕਰ ਸਕੀ। ਤਾਂ ਫਿਰ ਕੀ ਹੈ? ਕਹਿੰਦਾ ਫਿਰ ਕੀ ਹੈ? ਇਹਨਾਂ ਸਾਰੇ ਸਵਾਲਾਂ ਦਾ ਜਵਾਬ ਸਾਇੰਸ ਕੋਲ ਨਹੀਂ ਹੈ। ਜੋ ਇਹਨਾਂ ਸਵਾਲਾਂ ਦਾ ਜਵਾਬ ਦਿੰਦਾ ਹੈ ਉਸ ਨੂੰ ਅਧਿਆਤਮਕ ਵਿਗਿਆਨ ਕਹਿੰਦੇ ਹਨ। ਕਹਿੰਦੇ ਆਮ ਗਿਆਨ ਨਹੀਂ ਹੈ ਇਹ। ਜਿਹੜਾ ਪਰਮਾਤਮਾ ਦੇ ਗਿਆਨ ਬਾਰੇ ਦੱਸਦਾ ਹੈ, ਪਰਮਾਤਮਾ ਦੀ ਜਾਣਕਾਰੀ ਬਾਰੇ ਦੱਸਦਾ ਹੈ, ਉਹ ਗਿਆਨ ਕੀ ਹੈ? ਅਧਿਆਤਮਕ ਵਿਗਿਆਨ। ਕਹਿੰਦਾ ਉਸ ਤੋਂ ਪਤਾ ਲੱਗੇਗਾ। ਇਸ ਦੀ ਪ੍ਰਾਪਤੀ ਲਈ ਇਨਸਾਨ ਨੂੰ ਹਰ ਤਰ੍ਹਾਂ ਦਾ ਹੰਕਾਰ ਤਿਆਗਣਾ ਪੈਂਦਾ ਹੈ ਅਤੇ ਪਰਮਾਤਮਾ ਦੀ ਸ਼ਰਨ ਵਿੱਚ ਆਉਣਾ ਪੈਂਦਾ ਹੈ। ਪਰ ਇਸ ਲਈ ਕਰਨਾ ਕੀ ਪਏਗਾ ਸਾਨੂੰ? ਕਹਿੰਦਾ ਜੇ ਅਸੀਂ ਜਾਣਨਾ ਚਾਹੁੰਦੇ ਹਾਂ ਪਹਿਲੇ ਕਿੱਥੇ ਸੀ, ਪਿੱਛੋਂ ਕਿੱਥੇ ਸੀ, ਜਾਂ ਹੁਣ ਕਿੱਥੇ ਜਾਣਾ ਹੈ ਮਰ ਕੇ, ਤਾਂ ਉਸ ਦੇ ਲਈ ਸਾਨੂੰ ਪਰਮਾਤਮਾ ਦੀ ਸ਼ਰਨ ਦੇ ਵਿੱਚ ਆਉਣਾ ਪਏਗਾ। ਫਿਰ ਅਸੀਂ ਸੋਚ ਸਕਦੇ ਹਾਂ, ਅਸੀਂ ਦੱਸ ਸਕਦੇ ਹਾਂ ਦੂਸਰੇ ਬੰਦੇ ਨੂੰ ਕਿ ਕਿੱਥੋਂ ਤੂੰ ਆਇਆ ਔਰ ਕਿੱਥੇ ਤੂੰ ਜਾਣਾ ਹੈ। ਅਸੀਂ ਇਸ ਪਹਿਰੇ ਤੇ ਪ੍ਰਸ਼ਨ ਦੇਖਦੇ ਹਾਂ ਕਿ ਇਹ ਕੀ ਕਹਿੰਦੇ ਹਨ। ਸਾਇੰਸ ਨੇ ਇਨਸਾਨ ਦਾ ਜੀਵਨ ਪੱਧਰ ਕਿਸ ਤਰ੍ਹਾਂ ਦਾ ਬਣਾ ਦਿੱਤਾ ਹੈ? ਖੁਸ਼ਹਾਲ ਬਣਾਤਾ, ਬੇਹਾਲ ਬਣਾਤਾ, ਬੇਕਾਰ ਬਣਾਤਾ, ਬੇਰੁਜ਼ਗਾਰ। ਹੁਣ ਅਸੀਂ ਪਹਿਰਾ ਤਾਂ ਪੜ੍ਹ ਲਿਆ, ਸਾਇੰਸ ਨੇ ਤਾਂ ਬਹੁਤ ਸਾਰੇ ਕੰਮ ਸਾਡੇ ਲਈ ਕੀਤੇ, ਤਾਂ ਸਾਡੀ ਜ਼ਿੰਦਗੀ ਨੂੰ ਕੀ ਕਰ ਦਿੱਤਾ? ਖੁਸ਼ਹਾਲ। ਅਸੀਂ ਅੱਜ ਵੀ ਜੇ ਆਪਸ ਵਿੱਚ ਇੱਕ ਦੂਸਰੇ ਨਾਲ ਗੱਲ ਕਰ ਰਹੇ ਹਾਂ, ਅਸੀਂ ਦੇਖ ਰਹੇ ਹਾਂ, ਤਾਂ ਉਹ ਸਿਰਫ ਸਾਇੰਸ ਦੀ ਮਿਹਰਬਾਨੀ ਹੈ। ਪਰਮਾਤਮਾ ਨੇ ਸਾਇੰਸ ਬਣਾਉਣ ਵਾਲੇ ਨੂੰ ਵੀ ਦਿਮਾਗ ਦਿੱਤਾ ਪਰਮਾਤਮਾ ਨੇ ਹੈ, ਆਪਣੇ ਆਪ ਵਿੱਚ ਨਹੀਂ ਆਇਆ ਕੁਛ। ਦੇਣ ਵਾਲੀ ਜਿਹੜੀ ਤਾਕਤ ਹੈ ਉਹ ਪਿੱਛੇ ਹੈ। ਤਾਂ ਇਹ ਕੀ ਹੈ? ਸਾਇੰਸ ਨੇ ਇਨਸਾਨ ਦਾ ਜੀਵਨ ਪੱਧਰ ਖੁਸ਼ਹਾਲ ਬਣਾ ਦਿੱਤਾ। ਪਰ ਕੀ ਹੈ? ਸਾਇੰਸ ਨੇ ਜੀਵਨ ਦੇ ਵਿਨਾਸ਼ ਲਈ ਕੀ ਕੀ ਬਣਾ ਦਿੱਤਾ? ਅਸੀਂ ਵਿਨਾਸ਼ ਵੀ ਦੇਖਿਆ, ਅਸੀਂ ਦੇਖਿਆ ਬੰਬ ਮਿਜ਼ਾਈਲਾਂ ਵੀ ਬਣ ਗਏ, ਉਹ ਵੀ ਇਨਸਾਨ ਨੇ ਬਣਾਏ ਹਨ, ਜਿਸ ਨੂੰ ਪਰਮਾਤਮਾ ਨੇ ਬਣਾਇਆ ਹੈ। ਤਾਂ ਸੂਰਜ, ਚੰਦ, ਤਾਰੇ, ਵੱਡੀਆਂ ਇਮਾਰਤਾਂ, ਹਥਿਆਰ, ਬੰਬ, ਮਿਜ਼ਾਈਲਾਂ ਕੀ ਹੈ? ਇਹ ਕੀ ਬਣਾ ਦਿੱਤੇ? ਵਿਨਾਸ਼ ਦੇ। ਕਹਿੰਦੇ ਸਾਇੰਸ ਨੇ ਜੀਵਨ ਦੇ ਵਿਨਾਸ਼ ਲਈ ਕੀ ਕੀ ਬਣਾ ਦਿੱਤਾ? ਹਥਿਆਰ, ਬੰਬ ਤੇ ਮਿਜ਼ਾਈਲਾਂ। ਕਿਹਨਾਂ ਸਵਾਲਾਂ ਦਾ, ਕਿਸ ਤਰ੍ਹਾਂ ਦੇ ਸਵਾਲਾਂ ਦਾ ਜਵਾਬ ਸਾਇੰਸ ਕੋਲ ਨਹੀਂ ਹੈ। ਸਾਇੰਸ ਕਿਸ ਤਰ੍ਹਾਂ ਦਾ ਜਵਾਬ ਨਹੀਂ ਦੇਗੀ। ਤੁਸੀਂ ਜਿੰਨਾ ਮਰਜ਼ੀ ਕਹਿ ਲਓ ਕਿ ਪਰਮਾਤਮਾ ਹੈ, ਪਰ ਲੋਕੀ ਕਹਿਣਗੇ ਹੈ, ਪਰ ਕਿੱਥੇ ਹੈ ਨਹੀਂ ਪਤਾ। ਤਾਂ ਸਾਇੰਸ ਨੂੰ ਵੀ ਇਹ ਚੀਜ਼ ਨਹੀਂ ਪਤਾ, ਜਨਮ ਤੋਂ ਪਹਿਲਾਂ ਅਤੇ ਮਰਨ ਤੋਂ ਬਾਅਦ ਜੀਵ ਕਿੱਥੇ ਜਾਂਦਾ ਹੈ। ਸੰਸਾਰ, ਇੰਟਰਨੈਟ, ਮੋਬਾਈਲ ਫੋਨ ਆਦਿ ਖਤਰਨਾਕ ਹਥਿਆਰ ਬਣਾਉਣ ਵਾਲੇ ਜਾਂ ਇਹਨਾਂ ਵਿੱਚੋਂ ਕੋਈ ਵੀ ਨਹੀਂ। ਤਾਂ ਕਿਹਨਾਂ ਸਵਾਲਾਂ ਦਾ ਜਵਾਬ ਨਹੀਂ ਹੈ ਸਾਇੰਸ ਦੇ ਕੋਲ? ਜਨਮ ਤੋਂ ਪਹਿਲਾਂ ਤੇ ਮਰਨ ਤੋਂ ਬਾਅਦ ਦਾ। ਹੰਕਾਰ ਛੱਡ ਕੇ ਪਰਮਾਤਮਾ ਦੀ ਸ਼ਰਨ ਆਉਣਾ ਪੈਂਦਾ ਹੈ। ਤਾਂ ਕੀ ਹੈ ਸਾਇੰਸ ਵਿਗਿਆਨ ਲਈ, ਮਨੁੱਖੀ ਗਿਆਨ ਲਈ, ਅਧਿਆਤਮਕ ਵਿਗਿਆਨ ਲਈ ਜਾਂ ਸੰਚਾਰ ਵਿਗਿਆਨ ਲਈ? ਅਸੀਂ ਕੀ ਕਿਹਾ? ਪਰਮਾਤਮਾ ਦੀ ਜਾਣਕਾਰੀ ਜਿਹੜਾ ਹੁੰਦਾ ਹੈ ਉਸ ਨੂੰ ਕਹਿੰਦੇ ਹਨ ਅਧਿਆਤਮਕ ਵਿਗਿਆਨ।
ਤਾਂ ਕੀ ਕਰਨਾ ਪਏਗਾ? ਸਾਨੂੰ ਹੰਕਾਰ ਛੱਡਣਾ ਪਏਗਾ। ਹੰਕਾਰ ਛੱਡਣ ਤੋਂ ਬਿਨਾ ਅਸੀਂ ਨਹੀਂ ਜਾਣ ਸਕਦੇ ਕਿ ਆਦਮੀ ਪਹਿਲੇ ਕਿਤੇ ਸੀ, ਉਹ ਮਰ ਕੇ ਉਸ ਤੋਂ ਬਾਅਦ ਕਿੱਥੇ ਜਾਣਾ ਹੈ ਉਸਨੇ। ਤਾਂ ਇਸ ਦੇ ਲਈ ਇਹ ਕੀ ਹੈ? ਪਹਿਲੇ ਦਾ ਸਿਰਲੇਖ ਕੀ ਹੈ? ਅਸੀਂ ਕਹਿੰਦੇ ਹਾਂ ਸਾਇੰਸ ਦੇ ਲਾਭ ਤੇ ਹਾਨੀਆਂ, ਖੁਸ਼ਹਾਲ ਜੀਵਨ, ਦੂਰ ਸੰਚਾਰ, ਅਧਿਆਤਮਕ ਵਿਗਿਆਨ। ਤਾਂ ਉਸ ਦੇ ਦੋ, ਉਹ ਕਹਿੰਦੇ ਕੋਈ ਦੋ ਟਾਈਟਲ ਅਸੀਂ ਲੱਭ ਸਕਦੇ ਹਾਂ, ਤਾਂ ਸਾਇੰਸ ਦੇ ਲਾਭ ਤੇ ਹਾਨੀਆਂ ਔਰ ਅਧਿਆਤਮਕ ਵਿਗਿਆਨ। ਤਾਂ ਸਾਡਾ ਕੀ ਆ ਗਿਆ ਆਨਸਰ? ਊੜਾ ਅਤੇ ਸੱਸਾ। ਇਹ ਸੀ ਸਾਡੇ ਕੁਐਸਚਨ ਦੇ ਅਣਡਿੱਠੇ ਪਹਿਰੇ ਦੇ। ਕਿਉਂਕਿ ਅਣਡਿੱਠਾ ਪਹਿਰਾ ਦਾ ਮਤਲਬ ਇਹ ਹੁੰਦਾ ਹੈ ਕਿਧਰੋਂ ਹੋਰ ਪਹਿਰਾ ਲੈ ਕੇ ਬਣਾਓ ਜਿਸ ਬਾਰੇ ਤੁਹਾਨੂੰ ਜਾਣਕਾਰੀ ਨਹੀਂ ਹੈ। ਅਣਡਿੱਠੇ ਪਹਿਰੇ ਦਾ ਮਤਲਬ ਹੀ ਇਹ ਹੈ। ਤਾਂ ਇਸ ਲਈ ਸਾਨੂੰ ਅਖਬਾਰ ਦਾ ਰੋਜ਼ ਇੱਕ ਪੇਜ ਪੜ੍ਹਨਾ ਚਾਹੀਦਾ ਹੈ, ਕਿਉਂਕਿ ਉਸ ਦੇ ਵਿੱਚੋਂ ਹੀ ਕੋਈ ਨਾ ਕੋਈ ਪਹਿਰਾ ਚੱਕ ਕੇ ਦੇ ਦਿੰਦੇ ਹਨ। ਔਰ ਹਮੇਸ਼ਾ ਡਿਫਿਕਲਟ ਜਿਹੜੇ ਵਰਡਸ ਹਨ ਉਹਨਾਂ ਨੂੰ ਅੰਡਰਲਾਈਨ ਕਰਕੇ ਉਹਨਾਂ ਦੇ ਅਰਥ ਆਪਣੇ ਲਿਖਣੇ ਸ਼ੁਰੂ ਕਰੋ, ਤਾਂ ਕਿ ਪੇਪਰ ਦੇ ਵਿੱਚ ਤੁਹਾਨੂੰ ਇਹ ਕੋਈ ਵੀ ਮੁਸ਼ਕਿਲ ਨਾ ਆਏ। ਬਹੁਤ ਬਹੁਤ ਧੰਨਵਾਦ।